लेसन है चाइल्डहुड बचपन। दिस लेसन इज एन एक्सट्रैक्ट फ्रॉम गांधी जी's autobiography titled The Story of My Experiments with Truth। ये जो लेसन है गांधी जी ਦੀ ਆਤਮ ਕਥਾ ਜਿਸ ਦਾ ਟਾਈਟਲ ਹੈ ਦ ਸਟੋਰੀ ਆਫ ਮਾਈ ਐਕਸਪੈਰੀਮੈਂਟਸ ਵਿਦ ਟਰੁਥ ਵਿੱਚੋਂ ਲਿਆ ਗਿਆ ਹੈ। ਹੇਅਰ ਹੀ ਡਿਸਕ੍ਰਾਈਬ ਸਮ ਇੰਸੀਡੈਂਟ ਆਫ ਹਿਜ਼ ਚਾਈਲਡਹੁੱਡ। ਇੱਥੇ ਉਹਨਾਂ ਨੇ ਆਪਣੇ ਬਚਪਨ ਦੀ ਕੁਝ ਗੱਲਾਂ ਜਾਂ ਹਾਦਸੇ ਜਾਂ ਘਟਨਾਵਾਂ ਦਾ ਵਰਣਨ ਕੀਤਾ ਹੈ। ਗਾਂਧੀ ਜੀ ਵਾਜ਼ ਦੈਨ ਅਬਾਊਟ 12 years old। ਗਾਂਧੀ ਜੀ ਉਸ ਵੇਲੇ 12 ਸਾਲ ਦੇ ਸਨ। The incident he describes had a deep impression on his young mind। ਇਹਨਾਂ ਘਟਨਾਵਾਂ ਦਾ ਉਹਨਾਂ ਦੇ ਬਚਪਨ ਦੇ ਦਿਮਾਗ 'ਤੇ ਬਹੁਤ ਗਹਿਰਾ ਪ੍ਰਭਾਵ ਪਿਆ। Read these incidents and think how different Gandhi ji was from the other children of his age। ਇਹਨਾਂ ਘਟਨਾਵਾਂ ਨੂੰ ਪੜ੍ਹੋ ਅਤੇ ਸੋਚੋ ਕਿ ਕਿਸ ਤਰ੍ਹਾਂ ਗਾਂਧੀ ਜੀ ਆਪਣੀ ਉਮਰ ਦੇ ਬਾਕੀ ਬੱਚਿਆਂ ਨਾਲੋਂ ਅਲੱਗ ਸਨ। ਦ ਟੈਕਸਟ ਹੈਜ਼ ਬੀਨ ਸਲਾਈਟਲੀ ਸਿੰਪਲੀਫਾਈਡ। ਇਸ ਟੈਕਸਟ ਨੂੰ ਸਿੰਪਲ ਤਰੀਕੇ ਨਾਲ ਦਰਸਾਇਆ ਗਿਆ ਹੈ ਕਿਉਂਕਿ ਇਸ ਕਿਤਾਬ ਦੇ ਵਿੱਚ ਥੋੜ੍ਹੀ ਟਫ ਲੈਂਗੁਏਜ ਸੀ। ਆਈ ਮਸਟ ਹੈਵ ਬੀਨ ਅਬਾਊਟ 7। ਮੈਂ ਲਗਭਗ 7 ਸਾਲ ਦਾ ਸੀ। ਵੈਨ ਮਾਈ ਫਾਦਰ ਲੈਫਟ ਪੋਰਬੰਦਰ। ਜਦੋਂ ਮੇਰੇ ਪਿਤਾ ਜੀ ਨੇ ਪੋਰਬੰਦਰ ਛੱਡਿਆ। ਫੋਰ ਰਾਜਕੋਟ ਟੂ ਬਿਕਮ ਏ ਮੈਂਬਰ ਆਫ ਦ ਰੋਇਲ ਕੋਰਟ। ਰਾਜਕੋਟ ਦੇ ਰੋਇਲ ਕੋਰਟ ਵਿੱਚ ਇੱਕ ਮੈਂਬਰ ਬਣਨ ਲਈ ਉਹਨਾਂ ਨੇ ਪੋਰਬੰਦਰ ਛੱਡਿਆ। ਦੇਅਰ ਆਈ ਵਾਜ਼ ਪੁੱਟ ਇਨਟੂ ਏ ਪ੍ਰਾਇਮਰੀ ਸਕੂਲ। ਉੱਥੇ ਉਹਨਾਂ ਨੇ ਮੈਨੂੰ ਪ੍ਰਾਇਮਰੀ ਸਕੂਲ ਵਿੱਚ ਦਾਖਲ ਕਰਵਾਇਆ। ਆਈ ਕੈਨ ਵੈਲ ਰੀਕਲੈਕਟ ਦ ਨੇਮਸ ਐਂਡ ਅਦਰ ਪਰਟੀਕੂਲਰ ਆਫ ਦ ਟੀਚਰਸ ਹੂ ਟੋਟ ਮੀ। ਜਿਹੜੇ ਟੀਚਰਸ ਨੇ ਮੈਨੂੰ ਪੜ੍ਹਾਇਆ ਸੀ ਉਹਨਾਂ ਦੇ ਪਰਟੀਕੂਲਰ ਸਾਰੇ ਡੇਟਾ ਅਤੇ ਉਹਨਾਂ ਦੇ ਨਾਮ ਤੱਕ ਮੈਨੂੰ ਚੰਗੀ ਤਰ੍ਹਾਂ ਯਾਦ ਹਨ। ਆਈ ਵਾਜ਼ ਓਨਲੀ ਏ ਮੀਡੀਓਕਰ ਸਟੂਡੈਂਟ। ਮੈਂ ਇੱਕ ਮੱਧਯੰਤਰ ਸਟੂਡੈਂਟ ਸੀ, ਐਵਰੇਜ ਦਾ, ਨਾ ਜ਼ਿਆਦਾ ਹੁਸ਼ਿਆਰ ਨਾ ਜ਼ਿਆਦਾ ਕਮਜ਼ੋਰ। ਐਂਡ ਦੇਅਰ ਵਾਜ਼ ਹਾਰਡਲੀ ਐਨੀਥਿੰਗ ਟੂ ਨੋਟ ਅਬਾਊਟ ਮਾਈ ਸਟੱਡੀਜ਼। ਅਤੇ ਮੇਰੀ ਸਟੱਡੀ ਦੇ ਵਿੱਚ ਬਹੁਤ ਕੁਝ ਜ਼ਿਆਦਾ ਨਹੀਂ ਸੀ। ਫਰੋਮ ਦਿਸ ਸਕੂਲ ਆਈ ਵੈਂਟ ਟੂ ਅ ਮਿਡਲ ਸਕੂਲ। ਉੱਥੋਂ ਮੈਂ ਇੱਕ ਮਿਡਲ ਸਕੂਲ ਗਿਆ। ਐਂਡ ਫਰੋਮ ਦੇਅਰ ਟੂ ਏ ਹਾਈ ਸਕੂਲ। ਅਤੇ ਉਸ ਤੋਂ ਬਾਅਦ ਹਾਈ ਸਕੂਲ ਵਿੱਚ। ਬਾਏ ਨਾਓ ਆਈ ਹੈਡ ਰੀਚਡ ਮਾਈ 12th year। ਹੁਣ ਮੈਂ 12 ਸਾਲ ਦਾ ਹੋ ਗਿਆ ਸੀ। ਡਿਊਰਿੰਗ ਦਿਸ ਸ਼ੋਰਟ ਪੀਰੀਅਡ, ਇਸ ਛੋਟੇ ਜਿਹੇ ਪੀਰੀਅਡ ਦੌਰਾਨ, ਆਈ ਡੋਂਟ ਰਿਮੈਂਬਰ, ਮੈਨੂੰ ਯਾਦ ਨਹੀਂ, ਹੈਵਿੰਗ ਐਵਰ ਟੋਲਡ ਅ ਲਾਈ ਟੂ ਮਾਈ ਟੀਚਰਸ ਔਰ ਮਾਈ ਸਕੂਲਮੇਟਸ, ਕਿ ਮੈਂ ਕਦੇ ਵੀ ਆਪਣੇ ਟੀਚਰ ਜਾਂ ਸਕੂਲਮੇਟ ਤੋਂ ਝੂਠ ਬੋਲਿਆ ਹੋਵੇ। ਆਈ ਯੂਜ਼ ਟੂ ਬੀ ਵੈਰੀ ਸ਼ਾਈ। ਆਈ ਯੂਜ਼ ਟੂ ਬੀ ਵੈਰੀ ਸ਼ਾਈ ਐਂਡ ਅਵੋਇਡਡ ਆਲ ਕੰਪਨੀ। ਮੈਂ ਬਹੁਤ ਸ਼ਰਮੀਲਾ ਹੁੰਦਾ ਸੀ ਅਤੇ ਹਰ ਤਰ੍ਹਾਂ ਦੀ ਕੰਪਨੀ ਨੂੰ ਅਵੋਇਡ ਕਰਦਾ ਸੀ, ਸੰਗਤ ਨੂੰ ਅਵੋਇਡ ਕਰਦਾ ਸੀ। ਮਾਈ ਬੁੱਕਸ ਐਂਡ ਮਾਈ ਲੈਸਨਸ ਵਰ ਮਾਈ ਸੋਲ ਕੰਪੇਨੀਅਨਸ। ਮੇਰੀਆਂ ਕਿਤਾਬਾਂ ਅਤੇ ਮੇਰੇ ਲੈਸਨ ਹੀ ਮੇਰੇ ਇਕੱਲੇ ਸਾਥੀ ਹੁੰਦੇ ਸਨ। ਟੂ ਬੀ ਐਟ ਸਕੂਲ ਐਟ ਦ ਸਟ੍ਰੋਕ ਆਫ ਦ ਹਾਰ ਐਂਡ ਟੂ ਰਨ ਬੈਕ ਹੋਮ ਐਜ਼ ਸੂਨ ਐਜ਼ ਦ ਸਕੂਲ ਕਲੋਜ਼ਡ। ਜਿਵੇਂ ਹੀ ਸਕੂਲ ਦਾ ਕੰਮ ਖਤਮ ਹੁੰਦਾ, ਸਕੂਲ ਦੇ ਘੰਟੇ ਖਤਮ ਹੁੰਦੇ, ਸਕੂਲ ਬੰਦ ਹੁੰਦਾ, ਮੈਂ ਘਰ ਵਾਪਸ ਭੱਜ ਜਾਂਦਾ ਸੀ। ਦੈਟ ਵਾਜ਼ ਮਾਈ ਡੇਲੀ ਹੈਬਿਟ। ਇਹ ਮੇਰੀ ਰੋਜ਼ ਦੀ ਆਦਤ ਸੀ। ਆਈ ਲਿਟਰਲੀ ਰੈਨ ਬੈਕ ਬਿਕੋਜ਼ ਆਈ ਕੁਡ ਨੋਟ ਬੀਅਰ ਟੂ ਟਾਕ ਟੂ ਐਨੀਬਡੀ। ਮੈਂ ਤੁਰੰਤ ਵਾਪਸ ਆ ਜਾਂਦਾ ਤਾਂ ਕਿ ਜਾਂ ਕਿਉਂਕਿ ਮੈਂ ਕਿਸੇ ਨਾਲ ਗੱਲ ਕਰਨਾ ਬਰਦਾਸ਼ਤ ਨਹੀਂ ਕਰਦਾ ਸੀ। ਆਈ ਵਾਜ਼ ਈਵਨ ਅਫਰੈਡ। ਮੈਂ ਡਰਦਾ ਸੀ ਲੈਸਟ ਐਨੀਵਨ ਸ਼ੁੱਡ ਪੋਕ ਫਨ ਐਟ ਮੀ, ਕਿ ਕੋਈ ਮੇਰਾ ਮਜ਼ਾਕ ਨਾ ਬਣਾ ਦੇ, ਮੇਰੇ 'ਤੇ ਹੱਸੇ ਨਾ। There is an incident which occurred at the examination during my first year at the high school। ਹਾਈ ਸਕੂਲ ਦੇ ਪਹਿਲੇ ਸਾਲ ਵਿੱਚ ਇੱਕ ਘਟਨਾ ਘਟੀ ਜੋ ਕਿ ਮੇਰੀ ਪ੍ਰੀਖਿਆ ਦੇ ਦੌਰਾਨ ਸੀ। ਐਂਡ ਵਿਚ ਇਜ਼ ਵਰਥ ਰਿਕਾਰਡਿੰਗ, ਜੋ ਮੈਨੂੰ ਹਜੇ ਤੱਕ ਯਾਦ ਹੈ, ਇਹ ਰਿਕਾਰਡ ਹੈ। ਮਿਸਟਰ ਗਿਲਸ, the inspector of school, had come on a visit of inspection। ਮਿਸਟਰ ਗਿਲ ਜੋ ਸਕੂਲ ਦੇ ਇੰਸਪੈਕਟਰ ਸਨ, ਉਹ ਸਕੂਲ ਦੀ ਜਾਂਚ ਕਰਨ ਲਈ, ਇੰਸਪੈਕਸ਼ਨ ਲਈ ਆਏ। ਹੀ ਹੈਡ ਸੈਟ ਅਸ 5 words ਟੂ ਰਾਈਟ ਐਜ ਏ ਸਪੈਲਿੰਗ ਐਕਸਰਸਾਈਜ਼। ਸਪੈਲਿੰਗ ਐਕਸਰਸਾਈਜ਼ ਦੇ ਤੌਰ 'ਤੇ ਉਹਨਾਂ ਨੇ 5 words ਸਾਨੂੰ ਲਿਖਣ ਲਈ ਦਿੱਤੇ, ਜਿਵੇਂ ਕਿ ਡਿਕਟੇਸ਼ਨ ਦੇ ਵਰਡਸ ਹੁੰਦੇ ਹਨ। ਵਨ ਆਫ ਦ ਵਰਡਸ ਵਾਜ਼ ਕੈਟਲ। ਆਈ ਹੈਡ ਮਿਸ ਸਪੈਲਡ ਇਟ।
ਉਹਨਾਂ ਵਿੱਚੋਂ ਇੱਕ ਸ਼ਬਦ ਸੀ ਕੈਟਲ, ਜੋ ਮੈਂ ਗਲਤ ਲਿਖਿਆ ਸੀ। ਦ ਟੀਚਰ ਟਰਾਈ ਟੂ ਪ੍ਰੋਮਪਟ ਮੀ, ਟੀਚਰ ਨੇ ਮੈਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ, ਵਿਦ ਦਾ ਪੁਆਇੰਟ ਆਫ ਹਿਜ਼ ਬੂਟ, ਆਪਣੇ ਬੂਟ ਦੀ ਨੋਕ ਨਾਲ, ਬਟ ਆਈ ਵੁੱਡ ਨਾਟ ਬੀ ਪ੍ਰੋਮਪਟਡ, ਪਰ ਮੈਂ ਨਹੀਂ ਉਕਸਿਆ। ਇਟ ਵਾਜ਼ ਬਿਯੋਂਡ ਮੀ, ਇਹ ਮੇਰੀ ਸਮਝ ਤੋਂ ਪਰੇ ਸੀ, ਟੂ ਸੀ ਦੈਟ, ਇਹ ਦੇਖਣਾ ਕਿ ਹੀ ਵਾਂਟਡ ਮੀ ਟੂ ਕਾਪੀ ਦਾ ਸਪੈਲਿੰਗ ਫਰੋਮ ਮਾਈ ਨੇਬਰ ਸਲੇਟ, ਕਿ ਉਹ ਚਾਹੁੰਦੇ ਸਨ ਕਿ ਮੈਂ ਆਪਣੀ ਪੜੋਸੀ ਦੀ ਸਲੇਟ ਤੋਂ ਨਕਲ ਕਰਾਂ ਸਪੈਲਿੰਗ ਦੀ। I had thought that the teacher was there to supervise us against copying, ਮੈਂ ਹਮੇਸ਼ਾ ਇਹ ਸੋਚਦਾ ਸੀ ਕਿ ਟੀਚਰ ਸਾਨੂੰ ਹਮੇਸ਼ਾ ਨਕਲ ਕਰਨ ਤੋਂ ਰੋਕਣ ਲਈ ਸੁਪਰਵਾਈਜ਼ ਕਰਦੇ ਹਨ। The result was that all the boys except me, ਉਸ ਦਾ ਰਿਜ਼ਲਟ ਸੀਗਾ ਕਿ ਸਾਰੇ ਬੱਚੇ ਸਿਵਾਏ ਮੇਰੇ were found to have spelt every word correctly, ਕਿ ਉਹਨਾਂ ਨੇ ਹਰ ਇੱਕ ਸ਼ਬਦ ਸਹੀ ਲਿਖਿਆ ਸੀ। ਓਨਲੀ ਆਈ ਹੈਡ ਬੀਨ ਸਟੂਪਿਡ, ਸਿਰਫ ਮੈਂ ਹੀ ਬੇਵਕੂਫ ਸੀ। ਆਈ ਕੁਡ ਨੈਵਰ ਲਰਨ ਦਾ ਆਰਟ ਆਫ ਕਾਪਿੰਗ, ਮੈਂ ਨਕਲ ਕਰਨ ਦੀ ਕਲਾ ਨਹੀਂ ਸਿੱਖ ਸਕਿਆ। ਯਟ ਦਾ ਇੰਸੀਡੈਂਟ ਡਿਡ ਨਾਟ ਇਨ ਦਾ ਲੀਸਟ ਡਿਮਿਨਿਸ਼ ਮਾਈ ਰਿਸਪੈਕਟ ਫੋਰ ਮਾਈ ਟੀਚਰਸ, ਇਸ ਘਟਨਾ ਨੇ ਵੀ ਮੇਰੇ ਮਨ 'ਚੋਂ ਟੀਚਰਸ ਲਈ ਜੋ ਸਨਮਾਨ ਸੀ ਉਸਨੂੰ ਖ਼ਤਮ ਨਹੀਂ ਕੀਤਾ। ਹਾਊਐਵਰ ਹਾਈਲੀ ਪਲੇਸਡ, ਜੋ ਉੱਚੀ ਜਗ੍ਹਾ 'ਤੇ ਹੋਵੇ ਇਨਸਾਨ, ਔਰ ਹਾਊਸੋਐਵਰ ਵਾਈਜ਼, ਚਾਹੇ ਜਿੰਨਾ ਵੀ ਬੁੱਧੀਮਾਨ ਹੋਵੇ, ਕੈਨ ਐਟ ਟਾਈਮ ਬੀ ਟੈਂਪਟਡ ਟੂ ਗੋ ਰੋਂਗ, ਕਿਸੇ ਨਾ ਕਿਸੇ ਵੇਲੇ ਗਲਤ ਹੋ ਹੀ ਜਾਂਦਾ ਹੈ। ਟੂ ਐਰ ਇਜ਼ ਹਿਊਮਨ, ਕਿਉਂਕਿ ਮਾਨਵ ਜਾਂ ਇਨਸਾਨ ਗਲਤੀਆਂ ਦਾ ਪੁਤਲਾ ਹੈ। ਆਈ ਵॉज ਬਾਈ ਨੇਚਰ ਬਲਾਈਂਡ, ਮੈਂ ਆਪਣੇ ਨੇਚਰ ਤੋਂ ਸੁਭਾਵਿਕ ਰੂਪ ਤੋਂ ਅੰਨਾ ਸੀ। ਟੂ ਦਾ ਫਾਲਟ ਆਫ ਐਲਡਰਸ, ਮੈਂ ਵੱਡਿਆਂ ਦੀ ਗਲਤੀ ਦੇਖਣ ਦੇ ਨੇਚਰ ਤੋਂ ਅੰਨਾ ਸੀ, ਯਾਨੀ ਕਿ ਮੈਂ ਕਦੇ ਵੱਡਿਆਂ ਦੀ ਗਲਤੀ ਨਹੀਂ ਕੱਢਦਾ ਸੀ। ਆਈ ਹੈਡ ਲਰਨ ਟੂ ਕੈਰੀ ਆਊਟ ਦਾ ਆਰਡਰ ਆਫ ਐਲਡਰਸ, ਮੈਂ ਹਮੇਸ਼ਾ ਵੱਡਿਆਂ ਦਾ ਆਰਡਰ ਮੰਨਣਾ ਹੀ ਸਿੱਖਿਆ ਸੀ, ਉਹਨਾਂ ਦੀ ਆਗਿਆ ਦਾ ਪਾਲਨ ਕਰਨਾ ਹੀ ਸਿੱਖਿਆ ਸੀ। ਨੋਟ ਟੂ ਸਕੈਨ ਦੇਅਰ ਐਕਸ਼ਨ, ਨਾ ਕਿ ਉਹਨਾਂ ਦੇ ਕੀਤੇ ਦਾ ਨਿਰੀਖਣ ਕਰਨਾ, ਯਾਨੀ ਕਿ ਉਹਨਾਂ ਦੀ ਗਲਤੀ ਕੱਢਣਾ। ਟੂ ਅਦਰ ਇੰਸੀਡੈਂਟ ਆਫ ਦਾ ਸੇਮ ਪੀਰੀਅਡ, ਉਸੇ ਪੀਰੀਅਡ ਦੇ ਦੌਰਾਨ, ਉਸੇ ਸਮੇਂ ਦੇ ਦੌਰਾਨ ਦੋ ਹੋਰ ਘਟਨਾਵਾਂ ਸਨ। ਹੈਵ ਆਲਵੇਜ਼ ਕਲੰਗ ਟੂ ਮਾਈ ਮੈਮਰੀ, ਜੋ ਹਮੇਸ਼ਾ ਮੇਰੀ ਯਾਦ ਵਿੱਚ ਰਹਿੰਦੀਆਂ ਹਨ। ਆਈ ਨੈਵਰ ਹੈਡ ਐਨੀ ਟੇਸਟ ਫॉर ਰੀਡਿੰਗ ਬਿਯੋਂਡ ਮਾਈ ਸਕੂਲ ਬੁੱਕਸ, ਹਾਊਐਵਰ ਆਈ ਡਿਸਲਾਈਕਡ ਬੀਇੰਗ ਟੇਕਨ ਟੂ ਟਾਸਕ ਬਾਈ ਮਾਈ ਟੀਚਰ ਐਜ਼ ਮਚ ਆਈ ਡਿਸਲਾਈਕ ਡਿਸੀਵਿੰਗ ਹਿਮ, ਦੇਅਰਫੋਰ the daily lesson had to be done, but often without my mind in them, ਮੈਂ ਕਦੇ ਵੀ ਬੁੱਕਸ ਤੋਂ ਪਰੇ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦਾ ਸੀ। ਆਈ ਡਿਸਲਾਈਕ ਬੀਇੰਗ ਟੇਕਨ ਟੂ ਟਾਸਕ ਮਾਈ ਟੀਚਰ ਐਜ਼ ਮਚ ਐਜ਼ ਆਈ ਡਿਸਲਾਈਕ ਡਿਸੀਵਿੰਗ ਹਿਮ, ਜੋ ਮੇਰੇ ਟੀਚਰ ਦੱਸਣਾ ਚਾਹੁੰਦੇ ਸੀ ਉਸਨੂੰ ਮੈਂ ਪਸੰਦ ਕਰਦਾ ਸੀ, ਟੀਚਰ ਦੁਆਰਾ ਟਾਸਕ ਦਿੱਤੇ ਹੋਏ ਪਸੰਦ ਨਹੀਂ ਕਰਦਾ ਸੀ, ਅਤੇ ਉਹਨਾਂ ਦੁਆਰਾ ਪ੍ਰਾਪਤ ਕੀਤੇ ਹੋਏ ਵੀ। Thus there was of course no question of any extra reading, ਮੈਂ ਐਕਸਟਰਾ ਰੀਡਿੰਗ ਵਿੱਚੋਂ ਕੋਈ ਕੁਐਸਚਨ ਨਹੀਂ ਕਰਦਾ ਸੀ। ਈਵਨ ਦਾ ਲੈਸਨਸ ਕੁਡ ਨੋਟ ਬੀ ਡਨ ਪ੍ਰੋਪਰਲੀ, ਇੱਥੇ ਤੱਕ ਕਿ ਮੈਂ ਆਪਣੇ ਲੈਸਨ ਵੀ ਪ੍ਰੋਪਰਲੀ ਨਹੀਂ ਪੜ੍ਹਦਾ ਸੀ, ਕੰਪਲੀਟ ਕਰਦਾ ਸੀ। ਬਟ ਸਮ ਹਾਊ ਮਾਈ ਆਈਜ਼ ਫੈਲ ਔਨ ਅ ਬੁੱਕ ਦੈਟ ਮਾਈ ਫਾਦਰ ਹੈਡ ਬੌਟ, ਪਰ ਇੱਕ ਦੌਰਾਨ ਮੇਰੀਆਂ ਅੱਖਾਂ ਇੱਕ ਕਿਤਾਬ 'ਤੇ ਗਈਆਂ ਜੋ ਮੇਰੇ ਪਿਤਾ ਜੀ ਮੇਰੇ ਲਈ ਲਿਆਏ ਸਨ। ਇਟ ਵਾਜ਼ ਸ਼ਰਵਨ ਪਿਤਰ ਭਗਤੀ ਨਾਟਕ, ਇਹ ਇੱਕ ਨਾਟਕ ਸੀਗਾ ਜਿਸ ਦਾ ਨਾਮ ਸੀ ਸ਼ਰਵਨ ਪਿਤਰ ਭਗਤੀ, ਅ ਪਲੇ ਅਬਾਊਟ ਸ਼ਰਵਨਸ ਡਿਵੋਸ਼ਨ ਟੂ ਹਿਜ਼ ਪੇਰੈਂਟਸ, ਇਹ ਇੱਕ ਨਾਟਕ ਸੀ ਜਿਸ ਦੇ ਵਿੱਚ ਉਸਦੇ ਮਾਤਾ ਪਿਤਾ ਦੇ ਪ੍ਰਤੀ ਸ਼ਰਵਨ ਦੀ ਭਗਤੀ ਸੀ। ਆਈ ਰੀਡ ਇਟ ਵਿਦ ਡੀਪ ਇੰਟਰਸਟ, ਮੈਂ ਇਸ ਨੂੰ ਇੱਕ ਗਹਿਰੇ ਰੁਚੀ ਨਾਲ ਪੜ੍ਹਿਆ। ਅਬਾਊਟ ਦਾ ਸੇਮ ਟਾਈਮ ਦੇਅਰ ਕੇਮ ਟੂ ਆਵਰ ਪਲੇਸ ਏ ਗਰੁੱਪ ਆਫ ਇਟੀਨਰੈਂਟ ਸ਼ੋਮੈਨ, ਉਸੇ ਵਕਤ ਸਾਡੀ ਜਗ੍ਹਾ 'ਤੇ ਇੱਕ ਇਟੀਨਰੈਂਟ ਸ਼ੋਮੈਨ, ਜੋ ਕਿ ਇੱਕ ਬਕਸੇ ਦੇ ਵਿੱਚ ਪਿਕਚਰ ਦਿਖਾਉਂਦੇ ਨੇ, ਉਹ ਗਰੁੱਪ ਆਇਆ। ਵਨ ਆਫ ਦਾ ਪਿਕਚਰਸ ਦੇ ਸ਼ੋਡ ਵਾਜ਼ ਆਫ ਸ਼ਰਵਨ ਕੈਰਿੰਗ ਹਿਜ਼ ਬਲਾਈਂਡ ਪੇਰੈਂਟਸ ਔਨ ਏ ਪਿਲਗ੍ਰਿਮੇਜ, ਯਾਨੀ ਤੀਰਥ ਯਾਤਰਾ। ਉਹਦੇ ਵਿੱਚ ਇੱਕ ਪਿਕਚਰ ਸੀਗੀ ਜਿਹਦੇ ਵਿੱਚ ਸ਼ਰਵਨ ਆਪਣੇ ਅੰਨੇ ਮਾਤਾ ਪਿਤਾ ਨੂੰ ਤੀਰਥ ਯਾਤਰਾ 'ਤੇ ਲੈ ਕੇ ਜਾਂਦਾ ਹੈ। ਹੀ ਕੈਰੀਡ ਦੈਮ ਔਨ ਹਿਜ਼ ਸ਼ੋਲਡਰ ਬਾਏ ਮੀਨਸ ਆਫ ਸਲਿੰਗਸ, ਉਹ ਉਹਨਾਂ ਨੂੰ ਆਪਣੇ ਮੋਢਿਆਂ 'ਤੇ ਇੱਕ ਰੱਸੀ ਬਣਾ ਕੇ ਤੀਰਥ ਯਾਤਰਾ ਕਰਵਾਉਂਦਾ ਹੈ। ਦ ਬੁੱਕ ਐਂਡ ਦ ਪਿਕਚਰ ਡੀਪਲੀ ਟੱਚਡ ਮਾਈ ਹਾਰਟ, ਉਸ ਬੁੱਕ ਨੇ ਅਤੇ ਉਸ ਪਿਕਚਰ ਨੇ ਮੇਰੇ ਦਿਮਾਗ 'ਤੇ, ਮੇਰੇ ਦਿਲ 'ਤੇ ਗਹਿਰਾ ਪ੍ਰਭਾਵ ਛੱਡਿਆ, ਇਹ ਦਿਲ ਨੂੰ ਛੂਹ ਲਿਆ। ਹੇਅਰ ਇਜ਼ ਐਨ ਐਗਜ਼ਾਮਪਲ
ਫੋਰ ਯੂ ਟੂ ਕਾਪੀ। ਇਹ ਇੱਕ ਐਗਜ਼ਾਮਪਲ ਹੈ ਜਿਸ ਨੂੰ ਤੁਸੀਂ ਕਾਪੀ ਕਰ ਸਕਦੇ ਹੋ। ਆਈ ਸੈਡ ਟੂ ਮਾਈ ਸੈਲਫ, ਮੈਂ ਆਪਣੇ ਆਪ ਨੂੰ ਕਿਹਾ, ਦ ਪੇਨਫੁਲ ਲੇਮੈਂਟ ਆਫ ਦ ਪੇਰੈਂਟਸ ਓਵਰ ਸ਼ਰਵਣ's ਡੈਥ ਇਜ਼ ਸਟਿਲ ਫਰੈਸ਼ ਇਨ ਮਾਈ ਮੈਮਰੀ। ਇੱਕ ਦਰਦਨਾਕ ਹਾਦਸਾ ਜਿਹਦੇ ਵਿੱਚ ਸ਼ਰਵਣ ਦੀ ਡੈਥ ਹੋ ਜਾਂਦੀ ਹੈ, ਉਹ ਮੇਰੇ ਦਿਮਾਗ ਵਿੱਚ ਹਜੇ ਵੀ ਯਾਦ ਬਣ ਕੇ ਤਾਜ਼ਾ ਹੈ। ਦ ਮੈਲਟਿੰਗ ਟੋਨ ਟੱਚਡ ਮੀ ਡੀਪਲੀ। ਉਸਦੀ ਜੋ ਟੋਨ ਸੀਗੀ ਉਸਨੇ ਮੇਰੇ ਦਿਲ ਨੂੰ ਛੂ ਲਿਆ। ਆਈ ਪਲੇਡ ਇਟ ਔਨ ਏ ਕੰਸਰਟੀਨਾ ਮਾਈ ਫਾਦਰ ਹੈਡ ਬੋਟ ਫੋਰ ਮੀ। ਇਸ ਟੋਨ ਨੂੰ ਮੈਂ ਉਸ ਕੰਸਰਟੇਨਰ 'ਤੇ ਵੀ ਵਜਾਇਆ ਜੋ ਮੇਰੇ ਪਿਤਾ ਜੀ ਮੇਰੇ ਲਈ ਲੈ ਕੇ ਆਏ। ਆਈ ਰਿਮੈਂਬਰ ਅ ਸਿਮਿਲਰ ਇੰਸੀਡੈਂਟ। ਮੈਨੂੰ ਇੱਕ ਹੋਰ ਇਸੇ ਤਰ੍ਹਾਂ ਦੀ ਘਟਨਾ ਯਾਦ ਹੈ, ਕਨੈਕਟਡ ਵਿਦ ਅਨਦਰ ਪਲੇ, ਜੋ ਕਿ ਇੱਕ ਦੂਸਰੇ ਨਾਟਕ ਨਾਲ ਕਨੈਕਟਡ ਹੈ। ਜਸਟ ਅਬਾਊਟ ਦਿਸ ਟਾਈਮ ਆਈ ਹੈਡ ਗੋਟ ਮਾਈ ਫਾਦਰਸ ਪਰਮਿਸ਼ਨ ਟੂ ਸੀ ਅ ਪਲੇ ਨੇਮਡ ਹਰੀਸ਼ ਚੰਦਰ। ਮੈਂ ਉਸੇ ਵਕਤ ਦੇ ਦੌਰਾਨ ਮੈਂ ਆਪਣੇ ਪਿਤਾ ਜੀ ਤੋਂ ਪਰਮਿਸ਼ਨ ਲਈ ਇੱਕ ਪਲੇ ਦੇਖਣ ਲਈ ਜਿਸ ਦਾ ਨਾਮ ਸੀ ਹਰੀਸ਼ ਚੰਦਰ। ਇਟ ਵਾਜ਼ ਪਰਫੋਰਮਡ ਬਾਈ ਅ ਸਰਟੇਨ ਡਰਾਮੈਟਿਕ ਕੰਪਨੀ, ਜੋ ਕਿ ਇੱਕ ਡਰਾਮੈਟਿਕ ਕੰਪਨੀ ਦੇ ਲੋਕਾਂ ਦੁਆਰਾ ਪਰਫੋਰਮ ਕੀਤਾ ਗਿਆ ਸੀ। ਦਿਸ ਪਲੇ ਕੈਪਚਰਡ ਮਾਈ ਹਾਰਟ। ਇਸ ਨਾਟਕ ਨੇ ਮੇਰੇ ਦਿਲ ਨੂੰ ਛੂ ਲਿਆ, ਜਾਂ ਇਹ ਨਾਟਕ ਹਜੇ ਵੀ ਮੇਰੇ ਦਿਲ ਦੇ ਵਿੱਚ ਕੈਦ ਹੈ। ਐਂਡ ਆਈ ਕੁਡ ਨੈਵਰ ਬੀ ਟਾਇਰਡ ਆਫ ਸੀਇੰਗ ਇਟ। ਅਤੇ ਮੈਂ ਇਸ ਨੂੰ ਦੇਖ ਕੇ ਕਦੇ ਵੀ ਥੱਕਦਾ ਨਹੀਂ ਸੀ। ਬਟ ਹਾਊ ਓਫਨ ਕੁਡ ਆਈ ਬੀ ਪਰਮਿਟਡ ਟੂ ਗੋ। ਪਰ ਜਦੋਂ ਵੀ ਮੈਨੂੰ ਬਾਹਰ ਜਾਣ ਦੀ ਪਰਮਿਸ਼ਨ ਮਿਲਦੀ, ਇਟ ਹੰਟਡ ਮੀ ਡੇ ਐਂਡ ਨਾਈਟ। ਮੈਂ ਇਸ ਨੂੰ ਦਿਨ ਰਾਤ ਦੇਖਣ ਦੀ ਕੋਸ਼ਿਸ਼ ਕਰਦਾ। ਆਈ ਮਸਟ ਹੈਵ ਐਕਟਡ ਹਰੀਸ਼ ਚੰਦਰ ਟੂ ਮਾਈ ਸੈਲਫ ਟਾਈਮਸ ਵਿਦਾਊਟ ਨੰਬਰ। ਮੈਂ ਬਿਨਾਂ ਗਿਣੇ ਕਈ ਵਾਰ ਹਰੀਸ਼ ਚੰਦਰ ਦਾ ਨਾਟਕ ਖੁਦ ਐਕਟ ਕਰਨ ਦੀ ਕੋਸ਼ਿਸ਼ ਕੀਤੀ। ਆਈ ਆਸਕਡ ਮਾਈ ਸੈਲਫ ਡੇ ਐਂਡ ਨਾਈਟ। ਮੈਂ ਦਿਨ ਰਾਤ ਆਪਣੇ ਆਪ ਨੂੰ ਇਹ ਕਹਿੰਦਾ ਰਹਿੰਦਾ, ਵਾਈ ਸ਼ੁੱਡ ਨਾਟ ਆਲ ਬੀ ਟਰੁਥਫੁਲ ਲਾਈਕ ਹਰੀਸ਼ ਚੰਦਰ। ਸਾਰੇ ਦੇ ਸਾਰੇ ਲੋਕ ਹਰੀਸ਼ ਚੰਦਰ ਦੀ ਤਰ੍ਹਾਂ ਸੱਤਿਆਵਾਦੀ ਕਿਉਂ ਨਹੀਂ ਹੋ ਸਕਦੇ। ਆਈ ਲਿਟਰਲੀ ਬਿਲੀਵਡ ਇਨ ਦ ਸਟੋਰੀ ਆਫ ਹਰੀਸ਼ ਚੰਦਰ। ਮੈਂ ਪੂਰੀ ਤਰ੍ਹਾਂ ਹਰੀਸ਼ ਚੰਦਰ ਦੀ ਸਟੋਰੀ 'ਤੇ ਵਿਸ਼ਵਾਸ ਕਰਦਾ ਸੀ। ਦ ਥੋਟ ਆਫ ਇਟ ਓਫਨ ਮੇਡ ਮੀ ਵੀਪ। ਇਸ ਦੇ ਸੋਚ ਵਿਚਾਰ ਮੈਨੂੰ ਰਵਾ ਦਿੰਦੇ ਸੀ। ਇਟ ਇੰਸਪਾਇਰਡ ਇਨ ਮੀ ਵਨ ਆਈਡੀਅਲ। ਇਹ ਮੈਨੂੰ ਇੱਕ ਆਦਰਸ਼ ਦੇ ਰੂਪ 'ਤੇ ਇੰਸਪਾਇਰ ਕਰਦੇ ਸੀ। ਟੂ ਫੋਲੋ ਟਰੁਥ ਐਂਡ ਗੋ ਟੂ ਥਰੂ ਆਲ ਦ ਆਰਡਰਸ ਹਰੀਸ਼ ਚੰਦਰ ਹੈਡ ਗੋਨ ਥਰੂ। ਸੱਚਾਈ ਨੂੰ ਫੋਲੋ ਕਰੋ, ਸੱਚਾਈ ਦੀ ਅਨੁਪਾਲਨਾ ਕਰੋ ਜਾਂ ਸੱਚਾਈ ਦਾ ਪਾਲਣਾ ਕਰੋ ਅਤੇ ਹਰ ਹੱਦ ਪਾਰ ਕਰ ਜਾਓ ਹਰੀਸ਼ ਚੰਦਰ ਦੀ ਤਰ੍ਹਾਂ। ਬੋਥ ਹਰੀਸ਼ ਚੰਦਰ ਐਂਡ ਸ਼ਰਵਣ, ਦੋਨੋਂ ਹਰੀਸ਼ ਚੰਦਰ ਅਤੇ ਸ਼ਰਵਣ ਆਰ ਲਾਈਵਿੰਗ ਰਿਅਲਟੀਜ਼ ਫੋਰ ਮੀ। ਮੇਰੇ ਲਈ ਇੱਕ ਜੀਂਦੇ ਜਾਗਦੇ ਕਰੈਕਟਰ ਸੀ। ਆਈ ਐਮ ਸ਼ਿਓਰ ਆਈ ਸ਼ੁੱਡ ਬੀ ਮੂਵਡ ਐਜ਼ ਬਿਫੋਰ ਇਫ ਆਈ ਵਰ ਟੂ ਰੀਡ ਦੋਜ਼ ਪਲੇਜ਼ ਅਗੇਨ ਟੂਡੇ। ਮੈਂ ਵਿਸ਼ ਕਰਦਾ ਹਾਂ ਕਿ ਮੈਂ ਫੇਰ ਪਹਿਲਾਂ ਦੀ ਤਰ੍ਹਾਂ ਚਲਾ ਜਾਵਾਂ ਜਾਂ ਪਹਿਲਾਂ ਦੇ ਸਮਾਂ ਚਲਾ ਜਾਵਾਂ ਤਾਂ ਕਿ ਮੈਂ ਦੁਬਾਰਾ ਉਹਨਾਂ ਨਾਟਕਾਂ ਨੂੰ ਦੇਖ ਸਕਾਂ ਅੱਜ ਵੀ।